Okay, Yes, sir. good afternoon once again. Yesterday we gone through tuned radio frequency, which was a conventional radio receiver, and see the transmitting signal in the form of electromagnetic waves when it is being received by the receiving antenna. So, uh, because it has to travel a large distance, so signal is becoming weak. So when a signal become weak, and to weak signal is not in a position to drive the radio receiver. So it has to be amplified first. With the first stage, then consecutively with the second stage, if it is not adequately or properly amplified. And moreover, this RF amplifier is consisting tuned circuits which are tuning to the desired range of frequency, that is RF. So both has to be uh, tuned at the same frequency, desired signal frequency, then it is to be amplified. And role of detector is to bypass the carrier and receive the filter the original signal, which is containing information, and that is lying in the range of audio. So that has to be amplified, then finally its power will be increased, and it is given to the loudspeaker for further processing. I mean, we can have either we can have a simple talk or sound, or simply we can hear a music, right? This is what the yesterday we have made a discussion. And but this receiver is having some shortcomings, some difficulties. It is operating in the medium wave range only. Sometime short wave band we are also using for AM transmission, right? Amplitude modulation transmission ਵਾਸਤੇ medium wave band ਜਾਂ short wave band use ਕਰਦੇ ਆ। ਜਿਹੜਾ medium wave band ਹੈ ਉਹ 530 ਕਿਲੋ ਹਰਟਜ਼ ਤੋਂ 1640 ਕਿਲੋ ਹਰਟਜ਼ ਹੈ। ਠੀਕ ਹੈ, ਅਲੱਗ-ਅਲੱਗ ਜਿਹੜੇ ਰੇਡੀਓ ਸਟੇਸ਼ਨ ਤੋਂ ਅਲੱਗ-ਅਲੱਗ ਟਰਾਂਸਮਿਟਰਸ ਤੋਂ ਜਿਹੜੀ ਫ੍ਰੀਕੁਐਂਸੀ ਆ ਰਹੀ ਆ ਉਹਨੂੰ ਪਾਰਟਿਕੂਲਰ ਫ੍ਰੀਕੁਐਂਸੀ ਤੇ ਟਿਊਨ ਕਰਦਾ ਸਾਡਾ ਰੇਡੀਓ ਰਿਸੀਵਰ, ਉਹਨੂੰ ਅਸੀਂ ਕੈਰੀਅਰ ਹੀ ਬੋਲਦੇ ਹਾਂ। ਠੀਕ ਹੈ, ਔਰ ਉਹ ਪਾਰਟਿਕੂਲਰ ਰੇਡੀਓ ਹਰ ਰੇਡੀਓ ਸਟੇਸ਼ਨ ਨੂੰ ਇੱਕ ਅਲੱਗ ਫ੍ਰੀਕੁਐਂਸੀ ਨਿਰਧਾਰਿਤ ਕੀਤੀ ਹੋਈ ਹੈ। ਠੀਕ ਹੈ, ਸੋ ਇਹ ਕੱਲ ਆਪਾਂ ਡਿਸਕਸ ਕੀਤਾ ਸੀ। ਇਹ 'ਚ ਕੁਝ ਪ੍ਰੋਬਲਮਸ ਇਹ ਆ ਵੀ ਇਹ ਜਿਹੜਾ ਰੇਡੀਓ ਰਿਸੀਵਰ ਹੈ ਇਹ ਇਨਸਟੇਬਲ ਹੈ। ਇਹਦੇ ਵਿੱਚ ਟਿਊਨਿੰਗ ਰੇਂਜ ਤੇ ਜਿਹੜੀ ਬੈਂਡਵਿਡਥ ਆ ਉਹਦੀ ਵੇਰੀਏਸ਼ਨ ਹੁੰਦੀ ਆ। ਸਿਲੈਕਟਿਵਿਟੀ ਬਹੁਤ ਅੱਛੀ ਨਹੀਂ ਹੈ ਹਾਈ ਫ੍ਰੀਕੁਐਂਸੀ ਤੇ। ਔਰ ਦੂਸਰੀ ਗੱਲ ਹੈ ਨਾਲ ਲੱਗਦੇ ਜਿਹੜੇ ਚੈਨਲ ਹੈ, ਇੱਕ ਚੈਨਲ ਜਿਹੜਾ ਡਿਜ਼ਾਇਰਡ ਆ ਉਹਦੇ ਜਿਹੜੇ ਨਾਲ ਲੱਗਦੇ ਚੈਨਲ ਆ ਉਹਨੂੰ ਰਿਜੈਕਟ ਕਰਨ ਦੀ ਕੈਪੇਬਿਲਿਟੀ ਵੀ ਇਹ 'ਚ ਘੱਟ ਹੈ। ਠੀਕ ਹੈ, ਇਨਸਟੇਬਿਲਿਟੀ ਦੀ ਕੱਲ ਆਪਾਂ ਗੱਲ ਕਰ ਲਈ ਸੀਗੀ। ਠੀਕ ਨਹੀਂ, ਆ ਦੇਖੋ। So very small feedback signal from an output to input with the correct phase, positive feedback can initiate oscillation in the RF stage. ਉਹ ਕਹਿੰਦਾ ਜੇ ਮੰਨ ਲਓ ਕੋਈ ਮਾੜਾ ਜਿਹਾ ਆਊਟਪੁੱਟ ਦਾ ਪਾਰਟ ਵੀ ਫੀਡਬੈਕ ਹੋ ਗਿਆ ਇਨਪੁਟ ਵੱਲ ਨੂੰ, ਉਹ ਐਂਪਲੀਫਾਇਰ ਦੀ ਬਜਾਏ ਉਹ ਆਸੀਲੇਟਰ ਬਣ ਜਾਣਾ। ਠੀਕ ਨਹੀਂ, ਤਾਂ ਆਪਾਂ ਨੂੰ ਤਾਂ ਐਂਪਲੀਫਿਕੇਸ਼ਨ ਚਾਹੀਦੀ ਹੈ। ਤਾਂ ਉਹਦਾ ਕਾਰਨ ਕੀ ਆ? ਸਾਨੂੰ ਜਿਹੜਾ ਗੇਨ ਹੈ, ਫੋਰ ਐਗਜ਼ਾਮਪਲ ਇਫ ਗੇਨ ਅਗਰ 40,000 ਹੈ ਤੇ ਅਸੀਂ ਜੇ ਉਹਨੂੰ ਪ੍ਰੋਡਕਟ 1 ਬਣਾਉਣਾ ਤੇ ਫਿਰ ਸਾਨੂੰ ਰਿਕੁਆਇਰਡ ਜਿਹੜਾ ਫੀਡਬੈਕ ਸਿਗਨਲ ਹੈ ਉਹ 1/40,000 ਚਾਹੀਦਾ, ਕਿਉਂਕਿ 40 ਇਹਨਾਂ ਕੱਟ ਜਾਏਗਾ, 1 ਲੈ ਜਾਏਗਾ। ਸੋ ਇਹ ਜਿਹੜੀ ਫੀਡਬੈਕ ਹੈ ਇਹ ਸਟ੍ਰੇ ਕਪੈਸਿਟੈਂਸ ਕਰਕੇ ਹੁੰਦੀ, ਹਾਈ ਫ੍ਰੀਕੁਐਂਸੀ ਕਰਕੇ ਇੰਟਰਲੈਕਟਡ ਕਪੈਸਿਟੈਂਸ ਜਾਗ ਜਾਂਦੀ। ਜੇ ਫ੍ਰੀਕੁਐਂਸੀ ਜ਼ਿਆਦਾ ਹੋ ਗਈ ਰਿਐਕਟੈਂਸ ਘਟ ਜਾਣੀਆਂ, ਉਹਨੇ ਸ਼ਾਰਟ ਹੋ ਜਾਣਾ ਤੇ ਆਊਟਪੁੱਟ ਸਿਗਨਲ ਜਿਹੜਾ ਉਹ ਫੀਡਬੈਕ ਹੋ ਜਾਣਾ ਇਨਪੁੱਟ ਵੱਲ ਨੂੰ ਤੇ ਗੇਨ ਘਟ ਜਾਣਾ। ਇਹਦੇ ਬਜਾਏ ਐਂਪਲੀਫਾਇਰ ਦੇ ਬਜਾਏ ਉਹ ਔਸੀਲੇਟਰ ਦੀ ਤਰ੍ਹਾਂ ਬਿਹੇਵ ਕਰਦਾ। ਠੀਕ ਨਹੀਂ, ਤੋ ਇੱਕ ਤਾਂ ਇਹ ਪ੍ਰੋਬਲਮ ਆ। ਦੂਸਰੀ ਪ੍ਰੋਬਲਮ ਹੈ ਵੇਰੀਏਸ਼ਨ ਇਨ ਦੀ ਬੈਂਡਵਿਡਥ। ਹੁਣ ਬੈਂਡਵਿਡਥ ਦੀ ਵੇਰੀਏਸ਼ਨ ਕਿੱਦਾਂ ਹੁੰਦੀ ਆ? ਉਹ ਕਿੱਦਾਂ ਦੇਖੋ, ਕਹਿੰਦਾ ਇੱਕ ਰਿਸੀਵਰ ਹੈ ਉਹਨੂੰ ਅਸੀਂ ਟਿਊਨ ਜਦੋਂ ਕਰਦੇ ਵੈਨ ਦੀ ਰਿਸੀਵਰ ਇਜ਼ ਟਿਊਨਡ ਇਟ ਇਜ਼ ਟਿਊਨ ਟੂ ਦੀ ਕੈਰੀਅਰ ਫ੍ਰੀਕੁਐਂਸੀ। ਜਦੋਂ ਵੀ ਮੈਂ ਪਹਿਲਾਂ ਦੱਸਿਆ ਜਦੋਂ ਵੀ ਰਿਸੀਵਰ ਨੂੰ ਟਿਊਨ ਕਰਨਾ ਅਸੀਂ ਉਹਨੂੰ ਕੈਰੀਅਰ ਫ੍ਰੀਕੁਐਂਸੀ ਤੇ ਟਿਊਨ ਕਰਦੇ ਹਾਂ। ਐਂਡ ਦੀ ਟਿਊਨਡ ਸਰਕਟ ਇਜ਼ ਐਕਸਪੈਕਟਡ ਟੂ ਸਿਲੈਕਟ ਦੀ ਕੈਰੀਅਰ ਐਂਡ ਸਾਈਡ ਬੈਂਡਸ ਆਫ ਦੀ ਡਿਜ਼ਾਇਰਡ ਸਿਗਨਲ। ਤੇ ਜਿਹੜਾ ਟਿਊਨਡ ਸਰਕਟ ਆ ਉਹਨੇ ਕੈਰੀਅਰ ਦਾ ਸਿਲੈਕਟ ਕਰਨੀ ਨਾਲ ਸਾਈਡ ਬੈਂਡ ਵੀ ਸਿਲੈਕਟ ਕਰਨੇ ਆ। ਤੇ ਜਿਹੜੀ ਬੈਂਡਵਿਡਥ ਹੈ ਮਤਲਬ ਦੈਟ ਮੀਨਸ ਇਟ ਮਸਟ ਹੈਵ ਏ ਐਡਿਕੁਏਟ ਬੈਂਡਵਿਡਥ, ਯਾਨੀ ਸਫੀਸ਼ੀਐਂਟ ਬੈਂਡਵਿਡਥ ਹੋਣੀ ਚਾਹੀਦੀ। ਇੱਕ ਟਿਊਨਡ ਸਰਕਟ ਵਾਸਤੇ ਜਿਹੜੀ ਬੈਂਡਵਿਡਥ ਹੈ ਉਹ ਆਪਾਂ ਇਦਾਂ ਕੱਢਦੇ, ਬੈਂਡਵਿਡਥ ਇਜ਼ ਇਕੁਅਲ ਟੂ ਆ ਕੈਰੀਅਰ ਫ੍ਰੀਕੁਐਂਸੀ ਜਾਂ ਰੈਜ਼ੋਨੈਂਟ ਫ੍ਰੀਕੁਐਂਸੀ ਓਵਰ ਕਿਊ। ਕਿਊ ਹੈਗਾ ਕੁਆਲਿਟੀ ਫੈਕਟਰ ਤੇ
ਜਿਹੜਾ FR ਆ ਉਹ ਰੈਜ਼ੋਨੈਂਟ ਫ੍ਰੀਕੁਐਂਸੀ ਜਿਹੜੀ FC ਹੈ ਕਿਸਮ ਦੀ। ਹੁਣ ਮੰਨ ਲਓ ਜੇ ਅਸੀਂ ਬੈਂਡਵਿਡਥ 10 ਕਿਲੋ ਹਰਟਸ ਰੱਖ ਲਈ, ਠੀਕ ਹੈ, 10 ਕਿਲੋ ਹਰਟਸ ਰੱਖ ਲਈ, ਐਂਡ ਦਿਸ ਸ਼ੁੱਡ ਰਿਮੇਨ ਕੌਨਸਟੈਂਟ ਐਟ ਆਲ ਦਾ ਕੈਰੀਅਰ ਫ੍ਰੀਕੁਐਂਸੀ। ਤੇ ਫਿਰ ਅਸੀਂ ਕੀ ਕਰਦੇ ਹਾਂ, ਜਿਹੜੀ ਮੀਡੀਅਮ ਵੇਵ ਫ੍ਰੀਕੁਐਂਸੀ ਆ ਉਹਦਾ ਸਟਾਰਟਿੰਗ ਐਂਡ ਹੈਗਾ 535 ਤੇ ਲਾਸਟ ਐਂਡ ਹੈਗਾ 1640 ਕਿਲੋ ਹਰਟਸ। ਆਪਾਂ ਕੀ ਕਰਦੇ ਹਾਂ, ਇੱਕ ਵਾਰੀ ਕੈਰੀਅਰ ਆ ਸਿਲੈਕਟ ਕਰ ਲਈ 535 ਕੀਤੀ, ਹੁਣ ਉੱਥੋਂ ਆਪਾਂ ਬੈਂਡਵਿਡਥ ਨੀਚੇ ਲੈਣ ਦੀ ਤੇ ਕੁਆਲਿਟੀ ਫੈਕਟਰ ਕੱਢ ਲਿਆ 53.5 ਆ ਗਿਆ, ਠੀਕ ਹੈ। ਤੋ ਅੱਛਾ, ਜੇ ਅਸੀਂ ਕੈਰੀਅਰ ਫ੍ਰੀਕੁਐਂਸੀ ਜਾਂ ਜਿਹੜੀ ਡਿਜ਼ਾਇਰਡ ਫ੍ਰੀਕੁਐਂਸੀ, ਜੇ ਅਸੀਂ ਰਿਸੀਵਰ ਨੂੰ 1640 ਕਿਲੋ ਹਰਟਸ ਤੇ ਟਿਊਨ ਕਰੀਏ ਬੈਂਡਵਿਡਥ, ਠੀਕ ਹੈ, ਤੇ ਫਿਰ ਕੁਆਲਿਟੀ ਫੈਕਟਰ ਕੱਢੀਏ ਤੇ ਕਿਉਂ ਉਧਰ ਲੈ ਜਾਓ, ਤੇ ਕਿਉਂਕਿ ਇਹ ਤਾਂ ਬੈਂਡਵਿਡਥ ਤਾਂ ਇਹ 10 ਹੀ ਸੀਗੀ ਆਪਾਂ ਰੱਖੀ, ਆਹ ਬੈਂਡਵਿਡਥ ਤਾਂ 10 ਹੀ ਰੱਖੀ ਸੀ ਆਪਾਂ, ਹੁਣ ਟਿਊਨ ਕਿਸ ਫ੍ਰੀਕੁਐਂਸੀ ਤੇ ਕੀਤਾ, ਜਿਹੜੀ ਰੈਜ਼ੋਨੈਂਟ ਫ੍ਰੀਕੁਐਂਸੀ ਜਾਂ ਜਿਹੜੀ FC ਦੇ ਬਰਾਬਰ, ਉਹ 1640 ਤੇ। ਮੈਂ ਤੁਹਾਨੂੰ ਦੱਸਿਆ ਨਾ ਮੀਡੀਅਮ ਵੇਵ ਜਿਹੜੀ ਫ੍ਰੀਕੁਐਂਸੀ ਰੇਂਜ ਹੈ, ਇੱਕ ਉਹਦਾ ਫਸਟ ਐਂਡ ਲੈ ਲਿਆ, ਇੱਕ ਲਾਸਟ ਐਂਡ ਲੈ ਲਿਆ, ਤੇ ਹੁਣ ਕੁਆਲਿਟੀ ਫੈਕਟਰ 164 ਕੱਢ ਰਿਹਾ, ਉਹ ਦੇਖੋ ਇਹਨੂੰ 10 ਨਾਲ ਵੰਡਤਾ। ਪਰ ਐਡਾ ਕੁਆਲਿਟੀ ਫੈਕਟਰ ਅਬਟੇਨ ਕਰਨਾ ਬਹੁਤ ਮੁਸ਼ਕਲ ਹੈ। ਕਹਿੰਦਾ ਦਿਸ ਵੈਲਿਊ ਆਫ ਦੀ ਕੁਆਲਿਟੀ ਫੈਕਟਰ ਇਜ਼ ਪ੍ਰੈਕਟੀਕਲੀ ਅਨਅਬਟੇਨੇਬਲ, ਮਤਲਬ ਪੋਸੀਬਲ ਨਹੀਂ ਹੈ ਇਹਨਾਂ ਐਡੇ ਵੱਡੇ ਕੁਆਲਿਟੀ ਫੈਕਟਰ ਫਿਗਰ ਨੂੰ ਅਬਟੇਨ ਕਰਨਾ, ਡਿਊ ਟੂ ਵੇਰੀਅਸ ਲੌਸਸ ਟੇਕਿੰਗ ਪਲੇਸ ਐਟ ਹਾਈ ਫ੍ਰੀਕੁਐਂਸੀ। ਅਸਲ 'ਚ ਕੀ ਹੈ ਕਿ ਹਾਈ ਫ੍ਰੀਕੁਐਂਸੀ ਤੇ ਲੋਸ ਜ਼ਿਆਦਾ ਆ ਜਾਂਦੇ, ਕਿਉਂਕਿ 1640 ਕਿਲੋ ਹਰਟਸ ਲੈ ਲਈ, ਇਹ ਤੇ ਲੋਸ ਹੋਰ ਵੀ ਹੈ ਸਕਦੇ। ਸੋ ਇੰਨਾ ਸਾਨੂੰ ਕੁਆਲਿਟੀ ਫੈਕਟਰ ਅਬਟੇਨ ਨਹੀਂ ਹੋਣਾ। ਅਸੀਂ ਕੀ ਕਰਦੇ ਹਾਂ, ਅਸੀਂ ਚਲੋ ਇੱਕ ਫ੍ਰੀਕੁਐਂਸੀ ਤੇ ਅਸੀਂ ਮੰਨ ਲਿਆ ਕੁਆਲਿਟੀ ਫੈਕਟਰ 120 ਰੱਖਿਆ, ਤੇ ਜੇ ਅਸੀਂ ਕੁਆਲਿਟੀ ਫੈਕਟਰ 120 ਰੱਖਦੇ ਹਾਂ, ਠੀਕ ਹੈ, ਤੇ ਫਿਰ ਹੁਣ ਬੈਂਡਵਿਡਥ ਕੱਢੋ, ਆਪਾਂ 1640 ਨੂੰ 120 ਨਾਲ ਵੰਡਤਾ ਕੁਆਲਿਟੀ ਫੈਕਟਰ, ਇਹ ਬਣ ਗਏ 13.7 ਕਿਲੋ ਹਰਟਸ, ਪਰ ਸਾਡੀ ਬੈਂਡਵਿਡਥ ਹੈ ਕਿ ਨਹੀਂ ਐਕਚੁਅਲੀ, ਉਹ 10 ਕਿਲੋ ਹਰਟਸ ਉੱਪਰ ਰੱਖੀ ਸੀ ਨਾ, ਬਟ ਦੀ ਰਿਕੁਆਇਰਡ ਬੈਂਡਵਿਡਥ ਜਿਹੜੀ ਸਾਨੂੰ 10 ਕਿਲੋ ਹਰਟਸ ਚਾਹੀਦੀ। ਸੋ ਇਸ ਕਰਕੇ ਇਹ ਜਿਹੜੀ ਵਧੀ ਹੋਈ ਬੈਂਡਵਿਡਥ ਰਿਸੀਵਰ ਦੀ, ਸੋ ਡਿਊ ਟੂ ਦੀ ਇਨਕਰੀਜ਼ ਬੈਂਡਵਿਡਥ ਆਫ ਦਾ ਰਿਸੀਵਰ ਵਿਲ ਪਿਕ ਦੀ, ਹੁਣ ਜਿੱਦਾਂ ਹੁਣ ਬੈਂਡਵਿਡਥ ਉਹਦੀ ਵੱਧ ਗਈ, ਫ੍ਰੀਕੁਐਂਸੀ ਰੇਂਜ ਉਹਦੀ ਵੱਧ ਗਈ, ਉਹਨੇ ਹੋਰ ਨਾਲ ਲੱਗਦੇ ਚੈਨਲ ਨੂੰ ਵੀ ਫੜ ਲੈਣਾ, ਮਤਲਬ ਆਪਣਾ ਜਿਹੜਾ ਇੱਕ ਡਿਜ਼ਾਇਰਡ ਹੈ, ਜਿਹੜਾ ਵਾਂਟਡ ਆ, ਉਹ ਤਾਂ ਪਕੜਨਾ ਹੀ ਪਕੜਨਾ, ਨਾਲ ਲੱਗਦੇ ਚੈਨਲ ਨੂੰ ਵੀ ਫੜ ਲੈਣਾ, ਕਿਉਂ, ਕਿਉਂਕਿ ਉਹਦੀ ਬੈਂਡਵਿਡਥ ਵੱਧ ਗਈ, ਠੀਕ ਹੈ ਨਾ। ਇਸ ਕਰਕੇ ਇਸ ਇਹਦੇ ਵਿੱਚ ਮਤਲਬ ਇਹ ਬੈਂਡਵਿਡਥ ਵੇਰੀਏਸ਼ਨ ਹੁੰਦੀ ਹੈ, ਜਦੋਂ ਅਸੀਂ ਟਿਊਨ ਕਰਦੇ ਹਾਂ ਤੇ ਬੈਂਡਵਿਡਥ ਦੀ ਵੇਰੀਏਸ਼ਨ ਹੁੰਦੀ ਹੈ, ਉਹ ਵੀ ਇੱਕ ਪ੍ਰੋਬਲਮ ਹੈ। ਇਹ ਜਾਣੀ ਆਪਾਂ TRF ਦੀਆਂ ਲਿਮਿਟੇਸ਼ਨ, ਸ਼ਾਰਟ ਕਮਿੰਗ, ਡਿਫੀਕਲਟੀਜ਼, ਜਿਹੜੀਆਂ ਉਹ 'ਚ ਤਰੁੱਟੀਆਂ, ਪ੍ਰੋਬਲਮਸ ਆਉਂਦੀਆਂ, ਉਹ ਪੜ੍ਹ ਰਹੇ ਆ। ਦੂਜਾ, ਸਿਲੈਕਟ ਕਰਨ ਦੀ ਜਿਹੜੀ ਕੈਪੇਬਿਲਿਟੀ, ਉਹ ਵੀ ਇਨਸਫੀਸ਼ੀਐਂਟ ਹੈ। ਸਿਲੈਕਟ ਕਿਹਨੂੰ ਕਰਨਾ, ਜਿੱਦਾਂ ਹੁਣ ਮੰਨ ਲਓ ਬੈਂਡਵਿਡਥ ਵੱਧ ਗਈ ਡਿਊ ਟੂ ਦੀ ਇਨਕਰੀਜ਼ ਬੈਂਡਵਿਡਥ ਐਟ ਹਾਇਰ ਫ੍ਰੀਕੁਐਂਸੀ, ability of the TRF receiver to select the desired signal and reject all other, ਜਿਹੜਾ TRF ਨੇ ਜੇ ਡਿਜ਼ਾਇਰਡ ਸਿਗਨਲ ਨੂੰ ਪਕੜਨਾ ਜਾਂ ਬਾਕੀਆਂ ਨੂੰ ਰਿਜੈਕਟ ਕਰਨਾ ਹਾਈ ਫ੍ਰੀਕੁਐਂਸੀ ਤੇ, ਇਹ ਚੀਜ਼ ਐਡਵਰਸਲੀ ਅਫੈਕਟ ਹੁੰਦੀ ਹੈ, ਯਾਨੀ ਬੁਰਾ ਅਸਰ ਪੈਂਦਾ, ਇਹਨੂੰ ਕਹਿੰਦਾ ਲਾਸ ਆਫ ਸਿਲੈਕਟਿਵਿਟੀ, ਦਿਸ ਇਜ਼ ਕਾਲਡ ਲਾਸ ਆਫ ਸਿਲੈਕਟਿਵਿਟੀ। ਸੋ ਡਿਊ ਟੂ ਥੀਸ ਪ੍ਰੋਬਲਮਸ ਆਫ ਇਨਸਟੇਬਿਲਿਟੀ ਐਂਡ ਪੂਅਰ ਐਡਜੈਸੈਂਟ ਚੈਨਲ ਰਿਜੈਕਸ਼ਨ, ਇਸ ਕਰਕੇ TRF ਜਿਹੜੇ ਰਿਸੀਵਰ ਹੈ, ਇੱਕ ਤਾਂ ਸਟੇਬਲ ਨਹੀਂ ਆ, ਐਡਜੈਸੈਂਟ ਚੈਨਲ ਰਿਜੈਕਸ਼ਨ ਜਿਹੜੀ ਪੂਅਰ ਹੈ, ਤੇ ਬੈਂਡਵਿਡਥ ਜਿਹੜੀ ਆ ਉਹ ਵੇਰੀ ਕਰ ਰਹੀ ਹੈ, ਤੇ TRF ਰਿਸੀਵਰ ਨੂੰ ਅਸੀਂ ਯੂਜ਼ ਨਹੀਂ ਕਰਦੇ। ਇਹਨੂੰ ਰਿਪਲੇਸ ਕਿਨ ਕੀਤਾ, ਇਹਦੇ ਜੇ ਆਪਾਂ ਇਹ ਨਹੀਂ ਕਰਦੇ ਫਿਰ ਰੇਡੀਓ ਰਿਸੀਵਰ, ਫਿਰ ਕਿਹੜੇ ਕਰਦੇ ਆ, ਉਹ ਅਸੀਂ ਕਰਦੇ ਹਾਂ ਸੁਪਰ ਹੀਟਰੋਡਾਈਨ। ਆ ਦੇਖ ਸੁਪਰ ਹੀਟਰੋਡਾਈਨ, ਸੁਪਰ ਹੀਟਰੋਡਾਈਨ ਵਿੱਚ ਕੀ ਕਰਦੇ ਆ, ਉਹ ਅਗਲਾ ਆ, ਕੱਲ ਵੀ ਕਰਾਇਆ ਸੀ ਇਹ ਅਗਲਾ ਆ, ਦੇਖੋ ਸੁਪਰ ਹੀਟਰੋਡਾਈਨ ਦੀ ਕੀ ਹੈ, ਇੱਕ ਬਲੌਕ ਦਾ, ਸੌਰੀ ਪਿੱਛੇ ਚੱਲਣਾ, ਸੌਰੀ, ਇਹਦੀ ਪਹਿਲਾਂ ਬਲੌਕ ਡਾਇਗਰਾਮ ਦੇਖੋ ਤੁਸੀਂ, ਅਗਲੇ ਪੇਜ ਤੇ ਆ, ਹਾਂ ਹੁਣ ਤੁਸੀਂ ਇਹਦੀ ਬਲੌਕ ਡਾਇਗਰਾਮ ਦੇਖ ਲਓ, ਆ ਦੇਖੋ, ਥੋੜਾ ਜਿਹਾ ਇਹਨੂੰ ਛੋਟਾ ਕਰਦੇ ਹਾਂ, ਹਾਂ ਸਕਰੀਨ ਨਜ਼ਰ ਆਉਂਦਾ, ਹਾਂ ਬੱਚੋ, ਯੈਸ ਸਰ, ਹਾਂਜੀ ਸਰ, ਆਂਦੀ ਪਈ ਹੈ, ਨਜ਼ਰ ਆ ਰਿਹਾ। ਤੁਸੀਂ ਦੇਖੋ ਇਹ ਸੁਪਰ ਹੀਟਰੋਡਾਈਨ ਰੇਡੀਓ ਰਿਸੀਵਰ ਹੈ, ਇਹਦੇ ਵਿੱਚ ਜਿਹੜੀਆਂ TRF ਦੇ ਵਿੱਚ ਪ੍ਰੋਬਲਮ ਹੁੰਦੀਆਂ, ਉਹ ਅਸੀਂ ਇਹਦੇ ਵਿੱਚ ਓਵਰਕਮ ਕਰ ਲੈਂਦੇ ਹਾਂ। ਉਹ ਦੇਖੋ ਉੱਪਰਲੀ ਲਾਈਨ ਲੱਗਿਆ, ਪ੍ਰੋਬਲਮਸ ਇਨ ਦੀ TRF ਰਿਸੀਵਰ ਆਰ ਸੋਲਵਡ ਇਨ ਦਿਸ ਰਿਸੀਵਰ ਬਾਈ ਕਨਵਰਟਿੰਗ ਐਵਰੀ ਸਿਲੈਕਟਡ RF ਸਿਗਨਲ ਟੂ ਅ ਫਿਕਸਡ ਲੋਅਰ ਫ੍ਰੀਕੁਐਂਸੀ। ਅਸੀਂ ਕੀ ਕਰਦੇ ਹਾਂ, ਇਹਦੇ ਵਿੱਚ ਜਿਹੜੀ ਵੀ ਅਸੀਂ ਫ੍ਰੀਕੁਐਂਸੀ ਸਿਲੈਕਟ ਕਰਦੇ ਹਾਂ ਡਿਜ਼ਾਇਰਡ, ਉਹਨੂੰ ਅਸੀਂ IF ਵਿੱਚ ਕਨਵਰਟ ਕਰੀ ਜਾਂਦੇ ਹਾਂ, IF ਵਿੱਚ, ਠੀਕ ਹੈ। ਸੋ ਦਿਸ ਫ੍ਰੀਕੁਐਂਸੀ ਕੰਟੇਨਸ ਦੀ ਸੇਮ ਮੋਡੂਲੇਸ਼ਨ ਐਜ਼ ਦੀ ਓਰੀਜਨਲ ਕੈਰੀਅਰ। ਹੁਣ ਜਿਹੜੀ ਇਹ IF ਕਨਵਰਟ ਹੋ ਕੇ ਆਈ ਆ ਕੀਤੀ, ਜਿਹੜੀ ਅਸੀਂ IF,
ਇਹਦੇ ਵਿੱਚ ਵੀ ਸੇਮ ਉਹੀ ਮੋਡੂਲੇਸ਼ਨ ਵਾਲਾ ਕੰਸੈਪਟ ਹੈ ਜਿਹੜੀ origignal ਕੈਰੀਅਰ ਹੈ। तो the IF signal is then amplified, ਅਸੀਂ ਉਹਨੂੰ ਐਂਪਲੀਫਾਈ ਕਰ ਲੈਂਦੇ ਆ ਤੇ ਫਿਰ ਅਸੀਂ ਉਹਦੇ ਵਿੱਚ origignal signal ਜਿਹੜਾ ਮੋਡੂਲੇਟਡ ਸਿਗਨਲ ਜਿਹਦੇ ਵਿੱਚ ਇਨਫੋਰਮੇਸ਼ਨ ਹੁੰਦੀ ਆ ਉਹਨੂੰ ਅਸੀਂ ਵਾਪਸ ਰਿਸੀਵ ਕਰ ਲੈਂਦੇ ਆ। ਬਲੌਕ ਡਾਇਗਰਾਮ ਧਿਆਨ ਨਾਲ ਦੇਖ ਲਓ। ਇਹਦੇ ਵਿੱਚ ਉਹਦੇ ਵਿੱਚ ਪਿੱਛੇ ਗੈਂਗ ਟਿਊਨਿੰਗ ਸੀ, ਇਹਦੇ ਵਿੱਚ ਜਿਹੜੀ ਉਹਦੇ ਵਿੱਚ ਗੈਂਗ ਟਿਊਨਿੰਗ ਪਹਿਲੀ ਸਟੇਜ RF 1 ਦੀ 2 ਦੀ ਤੇ ਨਾਲ ਸੀਗਾ ਡਿਟੈਕਟਰ। ਇਹਦੇ ਵਿੱਚ ਗੈਂਗ ਟਿਊਨਿੰਗ ਜਿਹੜੀ ਆ ਇਹਦੇ ਵਿੱਚ ਹੁਣ ਸਟੇਜਾਂ ਦੇਖੋ ਕਿਹੜੀਆਂ, ਪਿੱਛੋਂ ਇਲੈਕਟ੍ਰੋਮੈਗਨੈਟਿਕ ਵੇਵਸ ਦੀ ਫਾਰਮ ਦੇ ਵਿੱਚ ਸਿਗਨਲ ਆ ਰਿਹਾ, ਰਿਸੀਵਿੰਗ ਐਂਟੀਨਾ ਨੇ ਉਹਨੂੰ ਰਿਸੀਵ ਕੀਤਾ। ਸਿਗਨਲ ਵੀਕ ਹੁੰਦਾ ਉਹਨੂੰ ਫਿਰ ਪਹਿਲੀ ਸਟੇਜ ਜਿਹੜੀ ਹਰ ਰਿਸੀਵਰ ਦੀ ਉਹ RF ਸਟੇਜ ਹੁੰਦੀ ਹੈ, ਕਿਉਂਕਿ ਵੀਕ ਸਿਗਨਲ ਨੂੰ ਪਹਿਲਾਂ ਐਂਪਲੀਫਾਈ ਕਰਨਾ। RF ਸਟੇਜ ਨੇ ਇਹਦੇ ਵਿੱਚ ਜਿਹੜਾ ਅਸੀਂ ਇਹਨੇ ਟਿਊਨ ਜਦੋਂ ਕਰਨਾ ਡਿਜ਼ਾਇਰਡ ਫ੍ਰੀਕੁਐਂਸੀ ਨੂੰ ਸਿਲੈਕਟ ਕਰਕੇ ਪਹਿਲਾਂ ਉਹਨੂੰ ਐਂਪਲੀਫਾਈ ਕਰਨਾ, ਠੀਕ ਹੈ। ਐਂਪਲੀਫਾਈਡ ਸਿਗਨਲ FS ਹੈ। ਤੇ ਮਿਕਸਰ ਇਹਦੇ ਵਿੱਚ ਅਗਲੀ ਸਟੇਜ ਲੱਗੀ। ਮਿਕਸਰ ਦਾ ਰੋਲ ਹੈ ਜਾਂ ਸਮ ਕੱਢਣਾ ਤੇ ਜਾਂ ਡਿਫਰੈਂਸ ਕੱਢਣਾ। ਸਮ ਕਿਹਦਾ, ਇੱਥੇ ਲੋਕਲ ਔਸੀਲੇਟਰ ਫ੍ਰੀਕੁਐਂਸੀ ਰਿਸੀਵਰ ਤੇ ਅਸੀਂ ਇੱਕ ਔਸੀਲੇਟਰ ਹੋਰ ਲਗਾਉਂਦੇ ਆ ਜਿਹੜਾ F0 ਜਨਰੇਟ ਕਰਦਾ। ਤੇ ਮਿਕਸਰ ਦਾ ਕੰਮ ਆ ਜਿਹੜੀ ਲੋਕਲ ਔਸੀਲੇਟਰ ਦੀ ਫ੍ਰੀਕੁਐਂਸੀ ਆ ਇਹਦੇ ਵਿੱਚੋਂ RF ਸਟੇਜ ਵਾਲੀ ਫ੍ਰੀਕੁਐਂਸੀ ਨੂੰ ਘਟਾਉਣਾ। ਜਾਂ ਆ ਦੇਖੋ F0 ਦੇ ਵਿੱਚੋਂ FS ਘਟਾਤੀ, ਇਹ ਅਸੀਂ ਡਿਫਰੈਂਸ ਕੰਪੋਨੈਂਟ ਲੈ ਲਿਆ। ਅਸਲ 'ਚ ਸਮ ਕੰਪੋਨੈਂਟ ਵੀ ਲਿਆ ਜਾ ਸਕਦਾ ਜਿਹਦਾ F0 ਪਲੱਸ FS, ਕੱਲਾ ਵੀ ਇਹ F0 ਕੱਢ ਸਕਦਾ, ਕੱਲੀ FS ਵੀ ਕੱਢ ਸਕਦਾ। ਸਮਝ ਆਈ? तो चार ਅਸੀਂ डिफरेंस ਲੈ ਲਿਆ। ਇਹ ਜਿਹੜਾ डिफरेंस ਹੈ ਇਹ ਬਣ ਗਿਆ IF, ਇਹਨੂੰ ਕਰ ਲਿਆ ਅਸੀਂ ਐਂਪਲੀਫਾਈ। ਪਤਾ ਲੱਗ ਗਿਆ? ਔਰ ਜਦੋਂ IF ਨੂੰ ਐਂਪਲੀਫਾਈ ਕੀਤਾ ਜਿਹੜੀ ਇੰਟਰਮੀਡੀਏਟ ਫ੍ਰੀਕੁਐਂਸੀ ਆ ਐਂਪਲੀਫਾਈ ਕਰਕੇ ਹੁਣ ਅਸੀਂ ਇਹ ਦੇਣੀ ਡਿਟੈਕਟਰ ਨੂੰ। ਡਿਟੈਕਟਰ ਦਾ ਮਤਲਬ ਜੇ ਅਸੀਂ ਟਰਾਂਸਮਿਟਿੰਗ ਐਂਡ ਤੇ ਮੋਡੂਲੇਟ ਕੀਤਾ ਸੀ ਇੱਧਰ ਡੀਮੋਡੂਲੇਟ ਕਰਨਾ, ਉਧਰ ਟਰਾਂਸਮਿਟ ਕੀਤਾ ਇੱਧਰ ਡਿਟੈਕਟ ਕਰਨਾ ਯਾਨੀ ਰਿਸੀਵ ਕਰਨਾ। ਇਹਨੇ ਕੀ ਕਰਨਾ, ਜਿਹੜਾ ਡਿਟੈਕਟਰ ਹੈ ਇਹਨੇ ਜਿਹੜੀ IF ਹੈ ਉਹਨੂੰ ਬਾਈਪਾਸ ਕਰ ਦੇਣਾ ਯਾਨੀ ਫਿਲਟਰ ਕਰ ਦੇਣਾ। ਤੇ ਜਿਹੜਾ ਬਾਈਪਾਸ ਦਾ ਮਤਲਬ ਹੈ ਉਹਨੂੰ ਅੱਗੇ ਨਹੀਂ ਜਾਣ ਦੇਣਾ, ਇੱਕ ਕਿਸੇ ਹੋਰ ਰਸਤੇ ਗਰਾਊਂਡਡ ਕਰ ਦੇਣਾ। ਤੇ ਜਿਹੜੀ ਲੋ ਫ੍ਰੀਕੁਐਂਸੀ ਵਿੱਚ ਆਡੀਓ ਦੀ ਰੇਂਜ 'ਚ ਹੈ ਜਿਹ 'ਚ ਇਨਫੋਰਮੇਸ਼ਨ ਹੈ ਉਹ ਅੱਗੇ ਡਿਟੈਕਟਰ ਨੇ ਪਾਸ ਕਰ ਦੇਣੀ, ਉਹਨੂੰ AF ਬੋਲਦਾ। ਫਿਰ ਉਹ ਆਡੀਓ ਫ੍ਰੀਕੁਐਂਸੀ ਨੂੰ ਐਂਪਲੀਫਾਈ ਕਰਕੇ ਨਾਲ ਪਾਵਰ ਐਂਪਲੀਫਾਇਰ ਅੱਗੇ ਲਗਾਉਂਦੇ ਆ, ਉਹਨੂੰ ਐਂਪਲੀਫਾਈ ਕਰਕੇ ਅੱਗੇ ਲਾਊਡ ਸਪੀਕਰ ਨੂੰ ਦਿੱਤੀ ਜਾਂਦੀ ਹੈ। ਤੋ ਇਸ ਐਂਪਲੀਫਾਇਰ ਤੇ ਸੌਰੀ ਇਸ ਸੁਪਰਹੀਟਡ ਰੇਡੀਓ ਰਿਸੀਵਰ ਤੇ TRF 'ਚ ਮੇਜਰ ਫਰਕ ਕੀ ਆ? ਇੱਥੇ ਮਿਕਸਰ ਲੱਗਾ, ਜਿਹੜੀ ਇਨਕਮਿੰਗ ਫ੍ਰੀਕੁਐਂਸੀ ਆ ਲੋਕਲ ਔਸੀਲੇਟਰ ਨਾਲ ਫ੍ਰੀਕੁਐਂਸੀ ਨਾਲ ਮਿਲਾ ਕੇ ਮਿਕਸਰ ਦੇ ਥਰੂ ਅਸੀਂ ਡਿਫਰੈਂਸ ਕੰਪੋਨੈਂਟ ਲੈਂਦੇ ਆ, ਉਹਨੂੰ ਅਸੀਂ ਬੋਲਦੇ IF। ਉਹਨੂੰ ਐਂਪਲੀਫਾਈ ਕਰਕੇ ਅਸੀਂ ਓਰੀਜਨਲ ਉਹਦੇ ਵਿੱਚੋਂ ਰਿਕਵਰ ਕਰਦੇ ਜਿਹੜੀ ਆਡੀਓ ਦੀ ਰੇਂਜ 'ਚ ਪਾਵਰ ਵਧਾ ਕੇ ਸਪੀਕਰ ਨੂੰ ਦੇ ਦਿੰਦੇ। ਹੁਣ ਸਟੇਜਸ ਇਹਦੇ ਵਿੱਚ ਜ਼ਿਆਦਾ ਇਨਵੋਲਵ ਹੋ ਗਈਆਂ ਤੇ ਫਿਰ ਗੇਨ ਘਟ ਜਾਂਦਾ, ਤੇ ਗੇਨ ਨਾ ਘਟੇ ਤੇ ਨਾ ਵਧੇ, ਕਿਉਂਕਿ ਇੱਥੇ ਜੇ ਸਪੋਜ਼ ਤੇ ਉਹਨੂੰ ਕੰਟਰੋਲ ਕਰਨ ਵਾਸਤੇ ਆਟੋਮੈਟਿਕ ਗੇਨ ਕੰਟਰੋਲ ਸਰਕਟ ਲਗਾਇਆ ਜਾਂਦਾ ਇਹਦੇ ਵਿੱਚ। ਪਤਾ ਲੱਗ ਗਿਆ? ਹੈਲੋ यस सर। ਹਾਂ, ਜਿੱਦਾਂ ਪਹਿਲੇ ਚਾਰੋਂ ਸਟੇਜਾਂ ਲਈ AGC ਪ੍ਰੋਵਾਈਡ ਕੀਤਾ ਜਾਂਦਾ, यस सर। ਮਿਕਸਰ ਲਈ, IF ਲਈ ਤੇ ਡਿਟੈਕਟਰ ਲਈ। ਪਰ ਜਿਹੜੀਆਂ ਫਸਟ ਜਿੱਦਾਂ RF ਮਿਕਸਰ ਤੇ ਲੋਕਲ ਔਸੀਲੇਟਰ ਦੀ ਗੈਂਗ ਟਿਊਨਿੰਗ ਕੀਤੀ ਜਾਂਦੀ। ਸਮਝ ਆ ਗਈ? ਪਤਾ ਲੱਗ ਗਿਆ? ਇਹ ਸੁਪਰਹੀਟਡ ਲਾਈਨ ਹੈ। ਜਿਹੜੀਆਂ ਪ੍ਰੋਬਲਮਸ TRF ਵਿੱਚ ਆਈਆਂ ਇਹ ਓਵਰਕਮ ਕਰਦਾ ਆ। ਇੱਥੇ ਦੱਸਤਾ ਦੇਖੋ, ਇਹਦੀਆਂ ਆਪਰੇਸ਼ਨ ਦੀ ਆਪਾਂ ਗੱਲ ਕਰ ਲੈਣੀ ਕੁਇਕਲੀ। ਡਬਲ ਸਾਈਡਬੈਂਡ ਫੁੱਲ ਕੈਰੀਅਰ ਔਰ AM ਸਿਗਨਲ ਜਿਹੜਾ ਪਿੱਛੋਂ ਟਰਾਂਸਮਿਟਰ ਵੱਲੋਂ ਆਇਆ ਟਰੈਵਲਸ ਥਰੂ 에ਅਰ ਔਰ ਰਿਸੀਵਿੰਗ ਐਂਟੀਨਾ ਤੇ ਪਹੁੰਚਦਾ EM ਦੀ ਵੇਵ ਦੀ ਫਾਰਮ ਦੇ ਵਿੱਚ। ਸੋ ਇਟ ਇੰਡਿਊਸਸ ਅ ਵੈਰੀ ਸਮਾਲ ਵੋਲਟ। ਔਰ ਜਦੋਂ ਇਹ ਇਲੈਕਟ੍ਰੋਮੈਗਨੈਟਿਕ ਵੇਵਸ ਐਂਟੀਨਾ ਰਿਸੀਵ ਕਰਦਾ ਉਹਦੇ ਵਿੱਚ EMF ਇੰਡਿਊਸ ਹੋ ਜਾਂਦੀ ਹੈ, ਪਰ ਬਹੁਤ ਘੱਟ ਵੋਲਟੇਜ ਦੀ, ਯਾਨੀ ਮਾਈਕਰੋ ਵੋਲਟ ਹੈ। ਤੇ ਮਾਈਕਰੋ ਵੋਲਟ ਨਾਲ ਪੂਰਾ ਰਿਸੀਵਰ ਨਹੀਂ ਚੱਲਦਾ, ਫਿਰ ਉਹਨੂੰ ਐਂਪਲੀਫਾਈ ਕੀਤਾ ਜਾਂਦਾ। ਸੋ RF ਸਟੇਜ ਦਾ ਕੰਮ ਹੈ ਪਹਿਲਾਂ ਐਂਪਲੀਫਾਈ ਕਰਨਾ। ਦੇਖਾ ਵਿਚ ਇਜ਼ ਯੂਜ਼ਡ ਟੂ ਸਿਲੈਕਟ ਦੀ, ਪਹਿਲਾਂ ਇਹਨੇ ਵਾਂਟਡ ਸਿਗਨਲ ਨੂੰ ਸਿਲੈਕਟ ਕਰਨਾ, ਬਾਕੀਆਂ ਨੂੰ ਰਿਜੈਕਟ ਕਰ ਦੇਣਾ ਤੇ ਜਿਹੜਾ ਐਂਟੀਨਾ ਦੇ ਪ੍ਰੈਜ਼ੈਂਟ ਨੇ। ਔਰ ਇਹ ਇਫੈਕਟ ਦਾ ਨੋਇਜ਼ ਵੀ ਘਟਾਉਂਦਾ, ਇਫੈਕਟ ਵੀ ਘਟਾਉਂਦੀ ਆ RF ਸਟੇਜ। ਦੂਸਰੀ ਗੱਲ ਇਹ ਆ ਕਿ ਜਿਹੜੀ ਆਊਟਪੁੱਟ RF ਐਂਪਲੀਫਾਇਰ ਦੀ ਇਹ ਡਿਜ਼ਾਇਰਡ ਸਿਗਨਲ ਇਹ ਉਹਨੂੰ ਪਾਸ ਕਰਦਾ ਤੇ ਉਹਨੂੰ ਐਂਪਲੀਫਾਈ ਕਰਦਾ। ਮਿਕਸਰ ਦਾ ਰੋਲ ਹੈ, ਦੇਖੋ ਮਿਕਸਰ ਦਾ ਰੋਲ ਹੈ ਜਿਹੜਾ ਮਿਕਸਰ ਰਿਸੀਵ ਦੀ RF ਫਰੋਮ ਐਂਪਲੀਫਾਇਰ ਐਟ ਫ੍ਰੀਕੁਐਂਸੀ FS ਤੇ ਜਿਹੜੀ ਲੋਕਲ ਔਸੀਲੇਟਰ F0 ਔਰ F0 ਹਮੇਸ਼ਾ ਵੱਡੀ ਹੋਣੀ FS ਨਾਲੋਂ। ਅਸਲ 'ਚ ਕੀ ਹੈ ਕਿ ਜਿਹੜਾ ਸੁਪਰ 809 ਰੇਡੀਓ ਰਿਸੀਵਰ ਮੀਡੀਅਮ ਵੇਵ ਤੇ ਚੱਲਦਾ ਜਾਂ AM ਤੇ ਚੱਲਦਾ ਉੱਥੇ ਜਿਹੜੀ IF ਨਿਕਲਦੀ ਸਟੈਂਡਰਡ ਉਹ 455 ਕਿਲੋ ਹਰਟਸ ਹੈ। ਕਈ ਰੇਡੀਓ ਰਿਸੀਵਰ ਕਈ ਜਾਣੇ ਆਥਰ 455 470 ਜਾਂ 465 ਕਿਲੋ ਹਰਟਸ ਵੀ ਲਿਖਦੇ ਆ, ਪਰ 455 ਕਿਲੋ ਹਰਟਸ IF ਸਟੈਂਡਰਡ ਹੈ। ਕਲੀਅਰ? ਆ ਦੇਖੋ ਇੰਟਰਮੀਡੀਏਟ ਫ੍ਰੀਕੁਐਂਸੀ
ਜਿਹੜਾ ਸਟੇਜ ਆ ਉਹਨੇ ਕੱਲਾ ਐਫਐਸ ਵੀ ਜਨਰੇਟ ਕਰ ਸਕਦੀ, ਐਫ ਨੋਟ ਵੀ ਕਰ ਸਕਦੀ ਆ, ਸਮ ਵੀ ਕਰ ਸਕਦੀ, ਡਿਫਰੈਂਸ ਵੀ ਕਰ ਸਕਦੀ, ਪਰ ਆਪਾਂ ਕੀ ਕਰਨਾ, ਡਿਫਰੈਂਸ ਲੈਂਦੇ ਆ। ਠੀਕ ਹੈ, ਇਹ ਸਿਲੈਕਟਡ ਐਂਡ ਆਲ ਅਦਰ ਆਰ ਰਿਜੈਕਟਡ। ਸੋ ਇਹ ਫ੍ਰੀਕੁਐਂਸੀ ਨੂੰ ਅਸੀਂ ਆਈਐਫ ਬੋਲਦੇ ਆ। ਠੀਕ ਹੈ ਹਾਂ ਬੱਚਿਓ। ਔਰ ਇਹ ਜਿਹੜਾ ਫ੍ਰੀਕੁਐਂਸੀ ਕੰਪੋਨੈਂਟ ਹੈ, it contains the same modulation as the original signal, z the original. So in order to maintain a constant difference between the local oscillator frequency and the incoming frequency, ਅਸੀਂ ਗੈਂਗ ਟਿਊਨਿੰਗ ਯੂਜ਼ ਕਰਦੇ ਹਾਂ। ਅਸੀਂ ਕੀ ਕਹਿੰਦੇ ਹਾਂ ਕਿ ਜੇ ਅਸੀਂ 455 ਕਿਲੋ ਹਰਟਜ਼ ਦਾ ਡਿਫਰੈਂਸ ਦੇਣਾ, ਫਿਰ ਆਪਾਂ ਕੀ ਕਰਦੇ ਹਾਂ, ਜਿਹੜਾ ਲੋਕਲ oscillator ਦੀ ਫ੍ਰੀਕੁਐਂਸੀ ਨੂੰ, ਜਿਹੜੀ ਇਨਕਮਿੰਗ ਆ ਰਹੀ ਉਹ ਤਾਂ ਜਿੰਨੀ ਹੈ, ਤੇ ਲੋਕਲ oscillator ਵਾਲੀ ਫ੍ਰੀਕੁਐਂਸੀ ਨੂੰ ਅਸੀਂ ਘਟਾ ਵਧਾ ਸਕਦੇ ਤਾਂ ਕਿ ਸਾਡਾ ਜਿਹੜਾ ਡਿਫਰੈਂਸ ਹੈ ਉਹ 455 ਹੀ ਰਵੇ ਕਿਲੋ ਹਰਟਜ਼। ਕਾਹਦੇ ਵਿੱਚ? ਆ ਮੀਡੀਅਮ ਵੇਵ ਜਿਹੜਾ AM ਟਰਾਂਸਮਿਟਰ, ਇਹਦੇ ਵਿੱਚ। ਪਤਾ ਲੱਗ ਗਿਆ? ਤਾਂ ਉਹਦੇ ਲਈ ਗੈਂਗ ਟਿਊਨਿੰਗ ਅਸੀਂ ਯੂਜ਼ ਕਰਦੇ ਹਾਂ ਸਟੇਜ ਜਿਹੜੀ, ਕਿਉਂਕਿ ਉਹਨੇ ਉਸੇ ਨੂੰ ਇਸੇ ਫ੍ਰੀਕੁਐਂਸੀ ਤੇ ਟਿਊਨ ਕਰ ਦੇਣਾ। ਸੋ ਦਿਸ ਇਜ਼ ਸਾਈਮਲਟੇਨੀਅਸਲੀ ਟਿਊਨਿੰਗ ਆਫ RF ਐਂਪਲੀਫਾਇਰ, ਮਿਕਸਰ ਐਂਡ ਲੋਕਲ oscillator, ਐਂਡ ਇਟ ਇਜ਼ ਅਚੀਵਡ ਬਾਈ ਯੂਜ਼ਿੰਗ ਗੈਂਗ ਟਿਊਨਿੰਗ ਕੈਪੈਸਿਟਰਸ। ਅਸਲ 'ਚ ਕੀ ਹੈ ਕਿ ਉਹ ਜਿਹੜਾ ਟਿਊਨਿੰਗ ਰੇਡੀਓ ਸੈੱਟ ਹੈ ਉਹਨੂੰ ਟਿਊਨਿੰਗ ਸੈੱਟ ਬੋਲਦੇ ਆ। ਉਹ 'ਚ ਲੱਗੇ ਦਾ ਕੰਡੈਂਸਰ ਹੀ ਹੁੰਦੇ ਆ, ਕੈਪੈਸਿਟਰ। ਉਹ 'ਚ ਕੱਟ ਹੁੰਦਾ, ਅਸੀਂ ਸਕਰੂ ਡਰਾਈਵਰ ਨਾਲ ਉਹਨੂੰ ਵੇਰੀ ਕਰਦੇ ਹਾਂ ਤੇ ਅਸੀਂ ਪਾਰਟਿਕੂਲਰ ਫ੍ਰੀਕੁਐਂਸੀ ਜਿਹੜੀ ਹੈ ਰਿਸੀਵ ਕਰ ਲੈਂਦੇ ਹਾਂ। ਪਤਾ ਲੱਗ ਗਿਆ? ਸਮਝ ਆ ਗਈ? ਹੈਲੋ ਜੀ ਸਰ। ਹਾਂ। ਦੈਨ ਇੰਟਰਮੀਡੀਏਟ ਫ੍ਰੀਕੁਐਂਸੀ, ਫਿਰ ਅਸੀਂ ਉਹਨੂੰ ਐਂਪਲੀਫਾਈ ਕਰ ਦਿੰਦੇ ਹਾਂ। ਉਹ ਤਾਂ ਅੱਗੇ ਮੈਂ ਦੱਸ ਹੀ ਦਿੱਤਾ ਵੀ ਉਹਨੂੰ ਐਂਪਲੀਫਾਈ ਕਰਕੇ ਅੱਗੇ ਫਰਦਰ ਅਸੀਂ ਭੇਜ ਦਿੰਦੇ ਹਾਂ। ਆ ਦੇਖੋ ਐਂਪਲੀਫਾਇਰ, IF ਐਂਪਲੀਫਾਇਰ ਸਟੇਜ 1 ਵੀ ਹੋ ਸਕਦੀ, ਜ਼ਿਆਦਾ ਵੀ ਹੋ ਸਕਦਾ। IF ਐਂਪਲੀਫਾਇਰ ਪ੍ਰੋਵਾਈਡ ਮੋਸਟ ਆਫ ਦੀ ਗੇਨ ਐਂਡ ਹੈਂਸ ਸੈਂਸਿਟੀਵਿਟੀ ਐਂਡ ਦੀ ਬੈਂਡਵਿਡਥ ਰਿਕੁਆਇਰਮੈਂਟਸ ਆਫ ਦਿਸ ਰਿਸੀਵਰ। ਆ ਤਿੰਨ ਚੀਜ਼ਾਂ, ਗੇਨ ਜਾਣੀ ਜ਼ਿਆਦਾ ਸੈਂਸਿਟੀਵਿਟੀ ਤੇ ਬੈਂਡਵਿਡਥ ਰਿਕੁਆਇਰਮੈਂਟਸ ਆਫ ਰਿਸੀਵਰ। therefore sensitivity and selectivity of this receiver do not get change much with the changes in the incoming frequency। ਤਾਂ ਜਿੱਦਾਂ ਫ੍ਰੀਕੁਐਂਸੀ ਜਿਹੜੀ ਚਾਹੇ ਘੱਟ ਹੈ ਜਾਂ ਵੱਧ ਹੈ ਇਨਕਮਿੰਗ, ਉਹਦੇ ਨਾਲ ਇਸ ਰਿਸੀਵਰ ਦੀ ਨਾ ਸੈਂਸਿਟੀਵਿਟੀ ਤੇ ਨਾ ਸਿਲੈਕਟਿਵਿਟੀ ਦੇ ਵਿੱਚ ਕੋਈ ਜ਼ਿਆਦਾ ਚੇਂਜ ਨਹੀਂ ਆਉਂਦਾ। ਸਮਝ ਆ ਗਈ? ਇਸ ਕਰਕੇ ਜ਼ਿਆਦਾ ਬੈਸਟ ਹੈ, ਇਹ ਜ਼ਿਆਦਾ ਸਟੇਬਲ ਵੀ ਆ, ਸੈਂਸਿਟਿਵ ਵੀ ਆ, ਤੇ ਸਿਲੈਕਟਿਵਿਟੀ ਵੀ ਇਹਦੀ ਉਹਦੇ ਨਾਲੋਂ ਜ਼ਿਆਦਾ ਅੱਛੀ TRF ਨਾਲੋਂ। ਐਂਪਲੀਫਾਈਡ IF signal is detected by the detector। ठीक है, amplified IF signal is detected by the detector to recover the original modulated signal। ਹੁਣ ਜਿਹੜਾ IF ਸਿਗਨਲ ਹੈ ਐਂਪਲੀਫਾਈ ਹੋ ਕੇ ਮਿਲਿਆ, ਇਹ ਅੱਗੇ ਡਿਟੈਕਟਰ ਨੂੰ ਦਿੰਦੇ ਆ, ਡਿਟੈਕਟਰ ਨੇ original ਸਿਗਨਲ ਨੂੰ ਰਿਕਵਰ ਕਰ ਲੈਣਾ, ਜਿਹੜੀ IF ਹੈ ਉਹਨੂੰ ਬਾਈਪਾਸ ਕਰ ਦੇਣਾ। AGC ਦਾ ਮਤਲਬ ਆਟੋਮੈਟਿਕ ਗੇਨ ਕੰਟਰੋਲ। ਦਿਸ ਸਰਕਟ ਕੰਟਰੋਲਸ ਦੀ ਗੇਨਸ ਆਫ RF and IF amplifiers to maintain a constant output voltage level even when the signal level at the receiver input is fluctuating। ਅਸਲ ਕੀ ਹੈ ਕਿ ਜਿਹੜਾ ਇਨਪੁਟ ਸਿਗਨਲ ਹੈ ਉਹ ਜਿਹੜਾ ਇਹਨੂੰ ਮਿਲਦਾ ਇਸ ਰਿਸੀਵਰ ਨੂੰ, ਉਹ ਫਲਕਚੁਏਟ ਕਰਦਾ। ਹੁਣ ਗੇਨ ਹਮੇਸ਼ਾ ਐਂਪਲੀਫਾਇਰ ਦਾ ਹੁੰਦਾ। ਪਹਿਲੀ RF ਸਟੇਜ ਲੱਗੀ, ਉੱਥੇ RF ਐਂਪਲੀਫਾਇਰ ਹੈ, ਫਿਰ ਉਸ ਤੋਂ ਬਾਅਦ ਅੱਗੇ IF ਐਂਪਲੀਫਾਇਰ ਲੱਗਾ। ਤਾਂ ਦੋਨੋਂ ਸਟੇਜਾਂ ਦਾ ਜਿਹੜਾ, ਦੋਨੋਂ ਐਂਪਲੀਫਾਇਰ ਦਾ ਜਿਹੜਾ ਗੇਨ ਹੈ ਉਹ ਜੇ ਘਟ ਗਿਆ ਤਾਂ ਉਹਨੂੰ ਆਟੋਮੈਟਿਕ ਗੇਨ ਕੰਟਰੋਲ ਸਰਕਟ ਨਾਲ ਅਸੀਂ ਐਡਜਸਟ ਕਰ ਸਕਦੇ ਹਾਂ। ਪਤਾ ਲੱਗ ਗਿਆ? So this is done by feeding a controlling DC voltage to the RF, okay, and IF amplifier। ਅਸੀਂ ਕੀ ਕਰਦੇ ਹਾਂ, ਅਸੀਂ ਸਟੇਬਿਲਿਟੀ ਪ੍ਰੋਵਾਈਡ ਕਰਨ ਵਾਸਤੇ ਜ਼ਿਆਦਾ। ਹਾਂ ਨੈਂਸੀ ਬੋਲ, ਬੋਲੋ। ਹੈਲੋ, ਕੋਈ ਪ੍ਰੋਬਲਮ? ਸਰ ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਹੈ। ਮੇਰੀ ਆਵਾਜ਼ ਕੱਟ ਕੇ ਆ ਰਹੀ? ਜੀ ਸਰ। ਨਹੀਂ, ਆਵਾਜ਼ ਤਾਂ ਸਹੀ ਹੈ। ਹੈਲੋ, ਹਾਂਜੀ ਹਾਂਜੀ, ਹੈਲੋ, ਹੁਣ ਆ ਰਹੀ ਹੈ? ਹਾਂਜੀ ਸਰ। ਉਧਰ ਕੋਈ ਬੱਚੇ ਤੁਹਾਡੇ ਕੋਈ ਇੰਟਰਨੈਟ ਦੀ ਪ੍ਰੋਬਲਮ ਹੋ ਸਕਦੀ ਆ, ਜੇ ਬਾਕੀਆਂ ਨੂੰ ਸੁਣ ਰਹੀ ਹੈ ਤੁਹਾਨੂੰ ਵੀ ਸੁਣਨੀ ਚਾਹੀਦੀ ਹੈ। ਤੁਹਾਡੇ ਐਂਡ ਤੇ ਇੰਟਰਨੈਟ ਦੀ ਪ੍ਰੋਬਲਮ ਹੋ ਸਕਦੀ ਆ, ਬੈਂਡਵਿਡਥ ਦੀ ਪ੍ਰੋਬਲਮ ਹੋ ਸਕਦੀ ਹੈ, ਤੇ ਇਸ ਕਰਕੇ ਸਿਗਨਲ ਜਿਹੜਾ ਆ ਉਹ ਪ੍ਰੋਪਰ ਰਿਸੀਵ ਨਹੀਂ ਹੁੰਦਾ। ਠੀਕ ਹੈ, ਚਲੋ ਐਨੀਵੇ, ਤੇ ਇਸ ਕਰਕੇ ਸੁਪਰਹੀਟਡ ਜਿਹੜਾ ਰੇਡੀਓ ਰਿਸੀਵਰ, ਇਹਦੀ ਸਿਲੈਕਟਿਵਿਟੀ ਤੇ ਸੈਂਸਿਟੀਵਿਟੀ ਪਹਿਲੇ ਵਾਲੇ ਨਾਲੋਂ ਜ਼ਿਆਦਾ ਅੱਛੀ ਆ। ਠੀਕ ਹੈ, ਤੇ ਮੈਂ ਹੁਣ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ, ਇਸ ਰਿਸੀਵਰ ਦੇ ਵਿੱਚ ਦੋ ਸਟੇਜਾਂ ਐਂਪਲੀਫਾਇਰ ਦੀਆਂ, ਇੱਕ RF ਸਟੇਜ ਹੈ, ਇੱਕ IF ਐਂਪਲੀਫਾਇਰ ਹੈ। ਉਹਨਾਂ ਦਾ ਜਿਹੜਾ ਗੇਨ ਹੈ ਉਹਨੂੰ ਕੌਨਸਟੈਂਟ ਰੱਖਣ ਵਾਸਤੇ ਅਸੀਂ ਆਟੋਮੈਟਿਕ ਗੇਨ ਕੰਟਰੋਲ ਪ੍ਰੋਵਾਈਡ ਕਰਦੇ ਹਾਂ। ਸੋ ਦਿਸ ਇਜ਼ ਡਨ ਬਾਈ,
ਅਸੀਂ ਫਿਰ ਉਹ ਕਿੱਦਾਂ ਕਰਦੇ ਆ, ਅਸੀਂ ਕੀ ਕਰਦੇ ਆ, this is done by feeding a controlling DC voltage to the RF and IF amplifier। ਦੋਨੋਂ ਐਂਪਲੀਫਾਇਰਸ ਨੂੰ ਕੰਟਰੋਲਿੰਗ DC ਵੋਲਟੇਜ ਦਿੰਨੇ ਆ, ਠੀਕ ਆ, ਔਰ ਐਂਪਲੀਟਿਊਡ ਆਫ ਦਿਸ DC ਵੋਲਟੇਜ ਇਜ਼ ਪ੍ਰੋਪੋਰਸ਼ਨਲ ਟੂ ਦੀ ਡਿਟੈਕਟਰ ਆਊਟਪੁੱਟ। ਔਰ ਜਿਹੜੀ DC ਵੋਲਟੇਜ ਅਸੀਂ ਉਹਨਾਂ ਨੂੰ ਫੀਡ ਕੀਤੀ ਦੋਨੋਂ ਐਂਪਲੀਫਾਇਰਸ ਨੂੰ, ਇਹਦਾ ਜਿਹੜਾ ਐਂਪਲੀਟਿਊਡ ਹੈ ਉਹ ਡਿਟੈਕਟਰ ਆਊਟਪੁੱਟ ਦੇ ਪ੍ਰੋਪੋਰਸ਼ਨਲ ਹੈ। तो सीक्वेंस ऑफ ऑपरेशन ऑफ सुपर हीटरोडाइन रेडियो रिसीवर। अच्छा पूरे स्टेप की आ, एक उन्हें सीक्वेंस जिहा बनाया, किदां याद रखना, इदां आ देखो, इदां मतलब एक फ्लो चार्ट की फॉर्म दे विच इस तरीके नाल। सिलेक्ट द डिजायर्ड स्टेशन एट द फ्रीक्वेंसी FS बाय ट्यूनिंग द RF एम्पलीफायर एंड लोकल ऑसीलेटर। देखो इस RF स्टेज दे विच ऑसीलेटर भी लगा हुंदा, यानी ट्यूनिंग सर्कल लगा, टैंक सर्कल लगा, जिन्हें इस पर्टिकुलर फ्रीक्वेंसी ते ट्यून होना, फिर उन्होंने एंपलीफाई करना, ठीक है। तो लोकल ऑसीलेटर की जी फ्रीक्वेंसी आ वो असी FS के हिसाब नाल सिलेक्ट करनी है, और वो तो ज़्यादा ही होनी चाहिए। आ देखो F0 इज ऑलवेज ग्रेटर दैन FS, ठीक है। लोकल ऑसीलेटर नूं असी F0 ते ट्यून करना, तो ये तो वड्डी होनी चाहिए। डिफरेंस जिहड़ा आ वो 455 किलो चाहिए, क्योंकि मीडियम वेव है, AM है, तो मिक्सर ने IF प्रोड्यूस कर देनी है इस तरीके नाल। आउटपुट ऑफ द मिक्सर जिहड़ा वो AM सिग्नल विद 2 साइड बैंड्स है एंड कैरियर इक्वल टू IF है। IF जी आ वो अगे असी एंपलीफाई कर लेने। डिटेक्टर ने की करना, ओरिजिनल सिग्नल रिकवर कर लेना जो ऑडियो की रेंज है, तो ऑडियो एंपलीफायर ने इनू एंपलीफाई कर देना, अगे पावर एंपलीफायर में दे के उन्हें वो पावर में एंपलीफाई करके मतलब ऑडियो फ्रीक्वेंसी सिग्नल फिर असी उन्होंने लाउड स्पीकर में दे देने। आ 4-5 स्टेजा है, क्लीयर हुई गल? हेलो यस सर। हाँ बाकी बाकी नहीं बोलते हो। अच्छा सुपर हीटरोडाइन का मतलब क्या, हीटरोडाइन होंदा मिक्स, हीटरोडाइनिंग मीन्स मिक्सिंग। आ देखो टाइप्स, डेफिनेशन ऑफ हीटरोडाइनिंग, प्रोसेस ऑफ मिक्सिंग टू सिग्नल्स हैविंग डिफरेंट फ्रीक्वेंसीज टू प्रोड्यूस ए न्यू फ्रीक्वेंसी इज कॉल्ड हीटरोडाइनिंग। हुण जिद्दां F0 जिहड़ी आ लोकल ऑसीलेटर की फ्रीक्वेंसी आ, FS इनकमिंग है, दोनों अलग अलग है ना। मिक्सर का काम है दोनों नूं मिला देना तो एक नवी फ्रीक्वेंसी प्रोड्यूस कर देनी। दोनों नूं मिलाया, चाहे वो सम बनावे चाहे उन्होंने डिफरेंस लिया, जे डिफरेंस लिया तो भी तो नवी फ्रीक्वेंसी बन गई। पता लग गया, समझ आ गई? हेलो हाँ जी सर, हाँ जी हाँ फ्रीक्वेंसी सर बोलते हैं माइक बंद रहता। अच्छा फ्रीक्वेंसी कन्वर्ट, मेरा माइक बंद है, साडा तुहाडा बंद है, हाँ ठीक है। जी फ्रीक्वेंसी कन्वर्शन असी ओरिजिनल कैरियर नूं IF च कन्वर्ट करते, इदां क्यों? बेसिक प्रोसैस ऑफ सुपर हीटरोडाइन रिसीवर इज टू कन्वर्ट ऑल इनकमिंग सिग्नल, इको ही नहीं सारे जिन्ने इनकमिंग सिग्नल है सब नूं लोअर फ्रीक्वेंसी ते असी आपां कन्वर्ट कर लैने, उस नूं असी बोलते हैं IF। सो दिस इज कॉल्ड फ्रीक्वेंसी कन्वर्शन जां फ्रीक्वेंसी डाउन कन्वर्शन। कली फ्रीक्वेंसी कन्वर्शन भी कहने, फ्रीक्वेंसी डाउन, डाउन क्यों? क्योंकि जी IF है वो ओरिजिनल कैरियर के बराबर नहीं होंगी, उस तो घट होंगी है, तो उन्होंने कहते डाउन कन्वर्शन। हुण सुपर हीटरोडाइन रेडियो रिसीवर से अलग अलग स्टेजां ते किदां दियां वेव फॉर्म मिलदियां वो तुहानूं मैं दिखाने लगा। आ देखो, आ देखो जिद्दां रिसीविंग एंटीना आया, ये पहला आ सिग्नल ये कोल आ, ये आ जी कैरियर आ, उपर जो डॉटेड आ दोनों मॉड्यूलेटिंग सिग्नल ने। पता लग गया? तो RF स्टेज ने इस फ्रीक्वेंसी सिग्नल नूं FS से ट्यून कर लेना, ठीक है, और एंपलीफाई भी कर देना, क्योंकि इतने एंपलीफायर स्टेज भी होंगी है, ठीक है। पहले इनकमिंग सिग्नल वीक होंदा, इस करके उन्होंने पहले तो असीं ट्यून करते नाल एंपलीफाई कर लेने। उस तो बाद ये ओरिजिनल सिग्नल एज इट इज आ गया इन द फॉर्म ऑफ कैरियर। इधर लोकल ऑसीलेटर ने F0 जनरेट करती, मिक्सर ने दोनों का डिफरेंस ले लिया, तो वो डिफरेंस किहदे बराबर IF दे। पता लग गया? IF नूं अगे एंपलीफाई कर लिया, जिहड़ा डिटेक्टर है उन्हें विचों आ जिहड़ी IF है जिहड़ी कैरियर करके रिप्लेस हुई है, इनू इन्हें रोक लेना, तो जिहड़ा ओरिजिनल मॉड्यूलेटिंग सिग्नल है जिस इनफॉर्मेशन है उन्होंने पास कर देना, वो ऑडियो फ्रीक्वेंसी रेंज का, तो उन्होंने अगे एंपलीफाई करके पावर बढ़ा के असीं स्पीकर में दे देना। ये रिसीवर है। क्लीयर हुई गल? हेलो हाँ जी सर, यस सर। ठीक है। हुण आ वो सीगा वो सीगियां अलग अलग स्टेजां दे किदां दियां वेव फॉर्म मिलदियां, ठीक है। समझाउण दा तरीका,
ਫਿਰ ਹੁਣ ਫ੍ਰੀਕੁਐਂਸੀ ਸਪੈਕਟਰਮ ਐਟ ਵੇਰੀਅਸ ਪੁਆਇੰਟਸ ਆਫ ए सुपर रिक्टिव टाइम रेडियो रिसीवर, ਇਹ ਭਾਵੇਂ ਨਾ ਵੀ ਕਰੋ ਤਾਂ ਵੀ ਚੱਲੂਗਾ, ਪਤਾ ਲੱਗ ਗਿਆ, ਨਾ ਵੀ ਕਰੋ ਤਾਂ ਵੀ ਚੱਲੂਗਾ, ਸਮਝ ਆਈ? ਹਾਂਜੀ ਸਰ। यस सर। ਹੋਰ ਪੁਆਇੰਟ ਕੀ ਆ ਵੇਵਫਾਰਮ, ਅੱਛਾ ਉਹ ਪਹਿਲੀਆਂ ਜਿਹੜੀਆਂ ਵੇਵਫਾਰਮ ਦੀ ਫਾਰਮ 'ਚ ਉਹ ਟਾਈਮ ਡੋਮੇਨ ਸੀ, ਆ ਜਿਹੜੀਆਂ ਆ ਟ੍ਰਾਇੰਗੂਲਰ ਜੀ ਫਾਰਮ ਹੈ ਫ੍ਰੀਕੁਐਂਸੀ ਡੋਮੇਨ ਹੈ, ਪਤਾ ਲੱਗ ਗਿਆ? ਚਲਿए एडवांटेज की है, नो वेरिएशन इन बैंडविड्थ, बैंडविड्थ remains constant over the entire operating range, high sensitivity, high selectivity, high adjacent channel rejection, मतलब नाल लगदा ਜਿਹੜਾ ਡਿਜ਼ਾਇਰਡ ਸਿਗਨਲ ਤੋਂ ਇਲਾਵਾ ਜਿਹੜੇ ਨਾਲ ਲੱਗਦੇ ਚੈਨਲ ਹੈ ਉਹਨੂੰ ਰਿਜੈਕਟ ਕਰਨ ਦੀ ਕੈਪੇਬਿਲਿਟੀ ਇਹ 'ਚ ਜ਼ਿਆਦਾ ਵਧੀਆ, ਫਿਰ ਚੰਗਾ ਹੈ, ਪਤਾ ਲੱਗਾ? ਇਹਦੇ ਫ੍ਰੀਕੁਐਂਸੀ ਪੈਰਾਮੀਟਰ AM ਰੇਡੀਓ ਰਿਸੀਵਰ ਦੇ ਕੀ ਨੇ, AM ਰੇਡੀਓ ਰਿਸੀਵਰ ਦੇ ਫ੍ਰੀਕੁਐਂਸੀ ਪੈਰਾਮੀਟਰ ਕੀ ਨੇ, ਆ ਦੇਖੋ ਫॉलिंग फ्रीक्वेंसी पैरामीटर है, जिहदा मीडियम वेव लैनी है फिर तो 535 तो 1650 किलोवाट, जे शॉर्ट वेव बैंड लेना फिर 5 तो लैके 15 मैगा हार्ट्स, फ्रीक्वेंसी रेंज ज़्यादा हो गई है ना। और यदि इंटरमीडिएट फ्रीक्वेंसी जी 455 किलो हर्ट्स पहले कहता, तो जी IF बैंड विड्थ है वो 10 किलो हर्ट्स है। क्लीयर? हाँ बच्चों, बाकी ये परफॉर्मेंस करैक्टरिस्टिक्स कल करावांगे, ठीक है? ओके सर। आई एम गोइंग टू स्टॉप। ओके सर। स्क्रीनशॉट ले लो। ले लिया? ले लिया सर, हो गया। हाँ जी सर।